ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਅਮਰੀਕਨ ਬਾਰ ਐਸੋਸੀਏਸ਼ਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅੱਜ ਝੂਠੀਆਂ ਖਬਰਾਂ ਦਾ ਜ਼ਮਾਨਾ ਹੈ ਤੇ ਇਹਨਾਂ ਝੂਠੀਆਂ ਖਬਰਾਂ ਨੇ ਸੱਚ ਨੂੰ ਢਾਹ ਲਿਆ ਹੈ। ਸੋ ਇਹਨਾਂ ਹਾਲਾਤਾਂ ਵਿੱਚ ਸਿੱਖ ਕੌਮ ਅਤੇ ਦੂਸਰੀਆਂ ਘੱਟ ਗਿਣਤੀਆਂ ਜੁਡੀਸ਼ਰੀ ਤੋਂ ਕਿਹੜੇ ਇਨਸਾਫ ਦੀ ਤਵੱਕੋ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਫੇਸਬੁੱਕ ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਕਮੈਂਟ ਕੀਤੇ ਨੇ ਉਹਨਾਂ ਨੂੰ ਵੀ ਐਕਨੋਲੇਜ ਕਰਨਾ ਚਾਹੁੰਦੇ ਜੀ। ਅਬਾਸ ਭੱਟ ਜੀ ਨੇ ਗੁਲਾਬ ਦਾ ਸੋਹਣਾ ਫੁੱਲ ਭੇਜਿਆ, ਬਹੁਤ ਬਹੁਤ ਸ਼ੁਕਰੀਆ ਭੱਟ ਸਾਹਿਬ। ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ ਹੈ, ਦਲਜੀਤ ਸਿੰਘ ਹੋਰਾਂ ਨੇ ਵੀ ਫਤਿਹ ਬੁਲਾਈ ਹੈ। ਔਰ ਉਹਨਾਂ ਨੇ ਇਹ ਆਸਟ੍ਰੇਲੀਆ ਤੋਂ ਨੇ ਵੀਰ ਦਲਜੀਤ ਸਿੰਘ, ਉਹਨਾਂ ਨੇ ਲਿਖਿਆ ਡਾਕਟਰ ਸਾਹਿਬ 4 ਮਾਰਚ ਨੂੰ ਹੀ ਕਾਰ ਰੈਲੀ ਹੈ ਜੀ। ਜਿਹੜੇ ਭੈਣ ਜੀ ਸ਼ਰਨ ਕੌਰ ਜੀ ਨੇ ਸ਼ਾਇਦ ਪੁੱਛਿਆ ਸੀ, ਸੋ 4 ਮਾਰਚ ਨੂੰ ਕਾਰ ਰੈਲੀ ਹੈ। ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ, ਹਰਜਿੰਦਰ ਗਿੱਲ ਭੈਣ ਜੀ ਕੁਲਦੀਪ ਕੌਰ ਕਹਿੰਦੇ ਨੇ ਟਰੂ, ਔਰ ਸਿੰਘ ਹਰਮਿੰਦਰ ਉਹਨਾਂ ਨੇ ਸਾਰੇ TV 84 ਦੇਖ ਰਹੇ ਵੀਰਾਂ ਭੈਣਾਂ ਨੂੰ ਵੀ ਫਤਿਹ ਬੁਲਾਈ ਹੈ। ਔਰ ਇਹ ਜਿਹੜਾ ਫਿਰ ਦਲਜੀਤ ਸਿੰਘ ਉਹਨਾਂ ਨੇ ਲਿਖਿਆ ਕਿ ਬ੍ਰਿਸਬੇਨ ਟਾਈਮ 12 ਤੋਂ 4 PM ਹੈ ਜਿਹੜਾ ਰੈਲੀ ਦਾ। ਬਲਪ੍ਰੀਤ ਕੌਰ ਸਨ ਜੁੱਤੀਆਂ ਖਾਣਗੇ ਐਂਡ ਮੁੱਕੇ, ਵਾਕਿਆ ਹੀ ਹੁਣ ਜੁੱਤੀ ਤਾਂ ਨਹੀਂ ਲਵਾ ਕੇ ਜਾਂਦੇ। ਹਾਂ, ਇਹ ਮੁੱਕੇ ਦੀ ਮੈਂ ਗੱਲ ਕੀਤੀ ਸੀ, ਜੁੱਤੀਆਂ ਭੁੱਲ ਗਿਆ ਸੀ। ਬਿਲਕੁਲ ਠੀਕ ਹੈ ਵੀ ਵੈਸੇ ਜੁੱਤੀਆਂ ਦੇ ਹੱਕਦਾਰ ਹੀ ਨੇ। ਵੈਸੇ ਜੁੱਤੀਆਂ ਵੀ 99 ਤੱਕ ਪਹੁੰਚ ਕੇ ਗਿਣਤੀ ਭੁੱਲ ਜਾਓ, ਫਿਰ 1 ਤੋਂ ਸ਼ੁਰੂ ਕਰੋ, 100 ਨਾ ਪੂਰਾ ਹੋਣ ਦਾ। ਗੁਰਸਿੱਖ ਢਿੱਲੋਂ ਖਾਲਿਸਤਾਨ ਜ਼ਿੰਦਾਬਾਦ। ਕੁਲਵਿੰਦਰ ਸਿੰਘ ਉਹਨਾਂ ਨੇ ਕਿਹਾ ਜੀ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਜਾਣਕਾਰੀ ਦੇਣ ਲਈ। ਜਰਨੈਲ ਸਿੰਘ ਗਰੇਵਾਲ, ਨਿਰਮਲ ਸਿੰਘ ਢਿੱਲੋਂ, ਦਲਜੀਤ ਸਿੰਘ ਹੋਰਾਂ ਨੇ ਫਿਰ ਪੂਰਾ ਵੇਰਵਾ ਦਿੱਤਾ ਹੈ। ਖਾਲਿਸਤਾਨ ਬ੍ਰਿਸਬੇਨ ਰੈਲੀ, ਕਾਰ ਟਰੱਕ ਰੈਲੀ, ਟਰੱਕ ਵੀ ਹੋਣਗੇ ਉਹਦੇ ਚ 12 ਤੋਂ 4 ਬ੍ਰਿਸਬੇਨ ਸਿੱਖ ਟੈਂਪਲ ਤੋਂ ਸਟਾਰਟ ਹੋਏਗੀ ਔਰ ਫਿਰ ਉਹਦਾ ਪੂਰਾ ਰਾਊਟ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਵੇਰਵੇ ਦੇ ਨਾਲ ਵੀ ਗੱਲ ਕਰਾਂਗੇ। ਔਰ ਜਸਪੀਰ ਸਿੰਘ ਹੋਰੀ ਕਹਿੰਦੇ ਨੇ ਪਾਕਿਸਤਾਨ ਐਂਡ ਖਾਲਿਸਤਾਨ 2 ਬ੍ਰਦਰਸ ਗੋਇੰਗ ਟੂ ਵਰਕ ਟੂਗੈਦਰ। ਬਿਲਕੁਲ ਕੋਈ ਸ਼ੱਕ ਨਹੀਂ ਹੈ। ਹੁਣ ਗੱਲ ਇਹ ਹੈ ਕਿ ਵੀ ਜਦੋਂ ਚੌਂਕੀਦਾਰ ਜਿਹੜਾ ਉਹ ਇਹ ਕਹੇ ਕਿ ਜੀ ਮੈਂ ਤਾਂ ਕੋਈ ਤੁਹਾਡੀ ਸੁਰੱਖਿਆ ਕਰਨ ਦੇ ਸਮਰੱਥ ਨਹੀਂ ਹੈ, ਰੱਬ ਅੱਗੇ ਹੀ ਦੁਆ ਕਰੋ ਕਿ ਰੱਬ ਤੁਹਾਨੂੰ ਸੁਰੱਖਿਅਤ ਕਰੇ, ਮੈਂ ਜਿਹੜਾ ਉਹ ਤੁਹਾਨੂੰ ਨਹੀਂ ਡਿਫੈਂਡ ਕਰ ਸਕਦਾ। ਹੁਣ ਹਾਲਾਤ ਬਿਲਕੁਲ ਭਾਰਤ ਦੇ ਵਿੱਚ ਇਹੀ ਬਣੇ ਹੋਏ ਨੇ। ਹੁਣ ਜਦੋਂ ਐਗਜ਼ੈਕਟਿਵ ਜਾਂ ਲੈਜਿਸਲੇਚਰ ਧੱਕਾ ਕਰਦੀ ਹੈ, ਤੁਸੀਂ ਜੁਡੀਸ਼ਰੀ ਤੇ ਜਾਂਦੇ ਹੋ। ਬਿਲਕੁਲ ਜੁਡੀਸ਼ਰੀ 'ਚ ਸੁਪਰੀਮ ਕੋਰਟ ਭਾਰਤ ਦਾ ਸਭ ਤੋਂ ਵੱਡਾ ਕੋਰਟ ਹੈ। ਹੁਣ ਕੱਲ ਅਮਰੀਕਨ ਬਾਰ ਐਸੋਸੀਏਸ਼ਨ ਦੀ ਜਿਹੜੀ ਹੈ ਇੰਡੀਆ ਕਾਨਫਰੰਸ 2023 ਜਿਹਨੂੰ ਪ੍ਰੀਜ਼ਾਈਡ ਕੀਤਾ ਹੈ ਇੰਡੀਅਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਾਚੂੜ ਨੇ। ਔਰ ਜੋ ਗੱਲਾਂ ਉਹਨਾਂ ਨੇ ਉਹਦੇ 'ਚ ਕਹੀਆਂ ਔਰ ਉਹਨਾਂ ਦੇ ਆਪਣੇ ਮੀਡੀਆ PTI ਦੀ ਨਿਊਜ਼, ਉਸ ਦੇ ਉੱਤੇ ਹੈਡਲਾਈਨ ਇਹ ਹੈ, ਟਰੂਥ ਹੈਜ਼ ਬਿਕਮ ਵਿਕਟਮ ਇਨ ਏਜ ਆਫ ਫਾਲਸ ਨਿਊਜ਼, ਕਿ ਜ਼ਮਾਨਾ ਹੀ ਝੂਠੀਆਂ ਖਬਰਾਂ ਦਾ ਹੈ ਔਰ ਜਿਹੜੀ ਕੈਜੂਅਲਟੀ ਹੈ ਉਹ ਤਾਂ ਸੱਚ ਦੀ ਹੈ। ਔਰ ਇਹ ਲੰਬੀ ਚੌੜੀ ਖਬਰ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਕਿਉਂਕਿ ਅੱਜ ਸੋਸ਼ਲ ਮੀਡੀਆ ਵੀ ਆ ਗਿਆ, ਉਹਨੇ ਇਵੇਂ ਸਪਰੈਡ ਕੀਤਾ ਹੈ, ਸਮਥਿੰਗ ਵਿਚ ਇਜ਼ ਸੈਡ ਐਜ਼ ਏ ਸੀਡ germinates into virtually a whole theory that can never be tested on the anvil of rational science। ਕਿ ਉਹ ਜਿਹਨੂੰ ਕਹਿੰਦੇ ਨੇ ਰਾਈ ਦਾ ਪਹਾੜ ਬਣਾਉਣਾ। ਹੁਣ ਉਹਨਾਂ ਸਾਰਿਆਂ ਦੇ ਥੱਲੇ ਔਰ ਇਹ ਗੱਲ ਚੰਦਰਚੂੜ ਜਿਹੜਾ ਹੈ ਉਹਨਾਂ ਕੁਝ ਜੱਜਾਂ ਸ਼ਾਮਲ ਸੀ ਜਿਹਨੇ ਇਹਨਾਂ ਦੇ ਖਿਲਾਫ ਵਿਦਰੋਹ ਦਾ ਝੰਡਾ ਚੁੱਕਿਆ ਸੀ। ਔਰ ਹਾਲਾਂਕਿ ਬਾਅਦ 'ਚ ਵੱਖਰੀ ਕਹਾਣੀ ਹੈ ਕਿ ਰੰਜਨ ਗੋਗੋਈ ਨੂੰ ਕਿਵੇਂ ਉਹਨਾਂ ਨੇ ਬਲੈਕਮੇਲ ਕੀਤਾ ਔਰ ਬਾਬਰੀ ਮਸਜਿਦ ਨੂੰ ਮੰਦਿਰ ਬਣਵਾ ਲਿਆ। ਪਰ ਇਸ ਦੇ ਇਹ ਵੀ ਜਿਵੇਂ ਹੁਣ ਇਲੈਕਸ਼ਨ ਕਮਿਸ਼ਨ ਇੰਡੀਆ ਦਾ ਹੈ ਉਹਦੇ 'ਤੇ ਕੱਲ ਫੈਸਲਾ ਦਿੱਤਾ ਹੈ ਕਿ ਭਾਈ ਇਹ ਇਕੱਲਾ ਸਰਕਾਰ ਨੂੰ ਹੱਕ ਨਹੀਂ ਹੈ, ਉਹਦੇ 'ਚ ਆਪੋਜੀਸ਼ਨ ਲੀਡਰ। ਸੋ ਕਈ ਵਾਰ ਤੁਸੀਂ ਵਿਦਨ ਚੇਅਰ ਦੇ ਹੁੰਦਿਆਂ ਵੀ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹੋ। ਔਰ ਜਦੋਂ ਚੰਦਰਚੂੜ ਇਹ ਕਹਿ ਰਿਹਾ ਕਿ ਭਾਈ ਇੱਥੇ ਤਾਂ ਫਾਲਸ ਨਿਊਜ਼ ਦੀਆਂ ਹੀ ਟਰੂਥ ਵਿਕਟਮ ਬਣਨਾ, ਮਤਲਬ ਇਹ ਹੈ ਕਿ ਵੀ ਅਸੀਂ ਤਾਂ ਉਹ ਸਾਰੇ 'ਚ ਘਿਰੇ ਹੋਏ ਹਾਂ ਜਿਹਦੇ 'ਚ ਅਸੀਂ ਕਿਸੇ ਨੂੰ ਜਸਟਿਸ ਨਹੀਂ ਦੇ ਸਕਦੇ। ਔਰ ਉਸੇ ਪੀਰੀਅਡ 'ਚ ਇਹ ਖਬਰ ਹੈ ਹਾਥਰਸ UP ਦੇ ਵਿੱਚ ਉਹ ਵਾਕਿਆ ਜਿੱਥੇ ਇੱਕ ਦਲਿਤ ਬੱਚੀ ਜਿਹਦੇ ਨਾਲ ਉਸੇ ਹੀ ਪਿੰਡ ਦੇ 4 ਉੱਚ ਜਾਤੀ ਨੌਜਵਾਨਾਂ ਨੇ ਜਿਹੜਾ ਉਹ ਜਬਰ ਜਨਾਹ ਕਰਕੇ ਉਹਦਾ ਮਰਡਰ ਕੀਤਾ ਦਲਿਤ ਬੱਚੀ ਨਾਲ। ਰੌਲਾ ਪਿਆ ਔਰ ਲੋਕ ਦੌੜੇ, ਆਪੋਜੀਸ਼ਨ ਲੀਡਰ ਰੋਕ ਦਿੱਤੇ ਗਏ। ਕੇਰਲਾ ਦਾ ਇੱਕ ਵਿਚਾਰਾ ਜਰਨਲਿਸਟ ਜਿਹੜਾ
ਉਹਦਾ ਨਾਂ ਸੀ ਸਿੱਦੀਕੀ ਕਪਨ, ਉਹ ਜਿਹੜਾ ਹਾਥਰਸ ਇੰਸੀਡੈਂਟ ਨੂੰ ਕਵਰ ਕਰਨ ਆਇਆ, ਉਹਨੂੰ ਰਾਹ 'ਚ ਰੋਕ ਕੇ ਉਹਨੂੰ ਕਿਹਾ ਜੀ ਤੂੰ ਤਾਂ ਪੀਪਲਜ਼ ਫਰੰਟ ਆਫ ਇੰਡੀਆ ਜਥੇਬੰਦੀ ਦਾ, ਉਹ 2 ਸਾਲ ਬਾਅਦ ਉਹਦੀ ਜ਼ਮਾਨਤ ਹੋਈ। ਫਿਰ ਇਕੱਲਾ ਇਹੀ ਨਹੀਂ ਕਿ ਹਾਥਰਸ ਦੀ ਇਸ ਦਲਿਤ ਬੱਚੀ ਨੂੰ ਉਹਦਾ ਪ੍ਰੋਪਰ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ, ਕਿਉਂਕਿ ਸਾਰਾ ਐਡਮਿਨਿਸਟ੍ਰੇਸ਼ਨ ਨਾਲ ਰਲਿਆ ਹੁੰਦਾ, ਔਰ ਅੱਧੀ ਰਾਤ ਨੂੰ ਜਿਹੜਾ ਉਹਨੂੰ ਸਾੜ ਦਿੱਤਾ ਗਿਆ, ਉਹ ਘਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ, ਤਾਂ ਕਿ ਕੋਈ ਨਾ, ਬਹੁਤ ਐਜੀਟੇਸ਼ਨ ਚੱਲ ਰਹੀ, ਬਹੁਤ ਰੌਲਾ ਪਿਆ, ਜਸਟਿਸ, ਇਨਸਾਫ, ਦੂਜੇ ਤੀਜੇ। ਹੁਣ ਅੱਜ ਖਬਰ ਹੈ ਕਿ ਉਹ ਫੈਸਲਾ ਜੱਜ ਨੇ ਸੁਣਾ ਦਿੱਤਾ ਹੈ, ਤਿੰਨਾਂ ਨੂੰ ਬਿਲਕੁਲ ਬਰੀ ਕਰਤਾ ਹੈ, ਔਰ ਇਹ ਕਿਹਾ ਕਿ ਜੀ ਉਹਦਾ ਤਾਂ ਹੋਇਆ ਹੀ ਨਹੀਂ ਜਬਰ ਜਨਾਹ। ਹਾਂ, ਚੌਥਾ ਜਿਹੜਾ ਹੈ ਉਹਨਾਂ ਨੇ ਕੀਤਾ ਹੈ, ਔਰ ਉਹਨਾਂ ਦੇ ਘਰ ਵਾਲੇ ਕਹਿ ਰਹੇ ਨੇ ਫਾਈਟ ਫॉर ਜਸਟਿਸ ਵਿਲ ਗੋ ਔਨ ਸੇਜ਼ ਹਾਥਰਸ ਵਿਕਟਮਸ ਫੈਮਿਲੀ ਆਫਟਰ ਕੋਰਟ ਕਨਵਿਕਟਸ ਕੀ ਅਕਿਊਜ਼ਡ ਐਕਵਿਟਸ 3। ਤਿੰਨ ਜਿਹੜੇ ਛੱਡ ਦਿੱਤੇ, ਔਰ ਜਿਹਨੂੰ ਮੰਨਿਆ ਵੀ ਉਹਨੂੰ ਵੀ ਉਹਨਾਂ ਨੇ ਡੈਥ ਸੈਂਟੈਂਸ ਨਹੀਂ, ਤੇ ਉਹਨਾਂ ਨੇ ਕਿਹਾ ਜੀ ਇਹ ਪ੍ਰੂਵ ਨਹੀਂ ਹੋਇਆ ਕਿਉਂਕਿ ਇਹ ਮਰਡਰ ਵੀ ਨਹੀਂ, ਕੋਈ 7 ਦਿਨ ਉੱਥੇ ਰਿਹਾ ਬੰਦਾ, ਇਹ ਲਾਈਫ ਇੰਪ੍ਰਿਜ਼ਨਮੈਂਟ ਕੀਤਾ, ਉਹ ਵੀ ਉੱਪਰਲੇ ਕੋਰਟ 'ਚ ਜਾ ਕੇ ਖਤਮ ਹੋ ਜਾਏਗੀ। ਸੋ ਇਸ ਲੈਵਲ ਦਾ ਕੇਸ, ਹਾਥਰਸ ਕੇਸ ਇੰਟਰਨੈਸ਼ਨਲੀ ਕੋਰਟ ਹੋਇਆ, ਔਰ ਉੱਥੇ ਕਿੰਨੀ ਐਜੀਟੇਸ਼ਨ, ਕਿੰਨੇ ਹਜ਼ਾਰਾਂ ਲੋਕ ਪ੍ਰੋਟੈਸਟ, ਇਹ ਉਹ, ਤੇ ਇਨ ਦਾ ਐਂਡ ਅਸੀਂ ਤਾਂ ਨਵੰਬਰ 84 ਦੇ ਜਸਟਿਸ ਦੀ ਗੱਲ ਕਰਦੇ ਹਾਂ, 2002 ਦੇ ਵਿੱਚ ਕੀ ਹੋਇਆ ਗੁਜਰਾਤ ਦੇ ਵਿੱਚ, ਉਸ ਦੀ ਗੱਲ ਕਰਦੇ ਹਾਂ। ਪਰ ਇਹ ਕੇਸ ਜਿਹੜਾ ਪਬਲਿਕ ਆਈਜ਼, ਔਰ ਹੁਣੇ ਹੀ ਅਜੇ ਮੇਰਾ ਖਿਆਲ ਹੈ 1.5 ਸਾਲ ਪੋਸਟ ਕੋਵਿਡ ਦਾ ਹੀ ਕੇਸ ਹੈ ਕਿ ਕਿਸ ਲੈਵਲ ਦਾ ਸੀ ਔਰ ਕਿੱਥੇ ਇੱਕ ਜਸਟਿਸ ਹੈ। ਔਰ ਇਹ ਇਕੱਲਾ ਇਹੀ ਨਹੀਂ ਕਿ ਫਾਲਸ ਨਿਊਜ਼ ਇੰਨੀਆਂ ਕੁ ਘੁੰਮੀਆਂ ਹੋਈਆਂ ਨੇ ਕਿ ਟਰੂਥ ਇਜ਼ ਦਾ ਕੈਜੂਅਲਟੀ। ਇਨ ਫੈਕਟ ਸਿਸਟਮ ਦੇ ਸਾਰੇ ਜਿਹੜੇ ਫਰੰਟ ਨੇ ਉਹਨਾਂ ਦੇ ਉੱਤੇ ਹਿੰਦੂ ਤਵੀ। ਔਰ ਦੇਖੋ ਗੱਲ, ਜਦੋਂ ਅਸੀਂ ਦਇਆ ਦੀ ਅਦਲ ਜਿਹੜਾ ਹੈ, ਜਦੋਂ ਵੀ ਕੋਈ ਇਨਸਾਫ ਲੈਣ ਲਈ ਜਿਹੜਾ ਜਦੋਂ ਬਾਦਸ਼ਾਹਾਂ ਦਾ ਸਿਸਟਮ ਵੀ ਸੀ, ਮੋਨਾਰਕੀਜ਼ ਵੀ ਸੀ, ਤੇ ਉਹ ਪਹਿਲਾਂ ਇਹੀ ਆਵਾਜ਼ ਚੁੱਕਦੇ ਸੀ ਕਿ ਭਾਈ ਅਦਲ ਅਦਲ, ਜਸਟਿਸ ਜਸਟਿਸ ਜਸਟਿਸ, ਤੇ ਜੇ ਉਹਦੇ 'ਚ ਕੋਈ ਐਕਸਟ੍ਰੀਮ ਪਨਿਸ਼ਮੈਂਟ ਫਿਰ ਰਹਿਮ ਰਹਿਮ ਰਹਿਮ। ਹੁਣ ਕਿਉਂਕਿ ਰੱਬ ਨੂੰ ਵੀ ਜਦੋਂ ਅਸੀਂ, ਰੱਬ ਦਾ ਇੱਕ ਵੱਡਾ ਗੁਣ ਜਦੋਂ ਰੱਬ ਦੇ ਗੁਣ ਬਿਆਨੇ ਜਾਂਦੇ ਨੇ ਉਹਨਾਂ ਦੇ ਵਿੱਚ ਤਾਂ ਇਹੀ ਹੈ ਕਿ ਰੱਬ ਅਦਲ ਕਰਨ ਵਾਲਾ ਹੈ। ਇਸ ਲਈ ਜੇ ਉਸ ਦੁਨੀਆ ਦੇ ਵਿੱਚ ਕਿਸੇ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਤੁਸੀਂ, ਜਿੱਥੇ ਸੇਫਟੀ ਸਿਕਿਉਰਿਟੀ ਕਿਸੇ ਵੀ ਸ਼ਹਿਰੀ ਦੀ, ਉਹ ਸਟੇਟ ਦਾ ਕੰਮ ਹੈ ਆਪਣੇ ਸਿਟੀਜ਼ਨ ਨੂੰ ਸੇਫ ਕਰਨਾ, ਸਿਕਿਉਰਿਟੀ ਦੇਣਾ, ਨਾਲ ਸਭ ਤੋਂ ਵੱਡਾ ਹੁੰਦਾ ਹੈ ਅਦਲ, ਜਸਟਿਸ ਦੇਣਾ, ਇਨਸਾਫ ਦੇਣਾ। ਤੇ ਜਿੱਥੇ ਜਸਟਿਸ ਦੇਣ ਵਾਲੇ ਜਿਹੜੇ ਨੇ ਉਹ ਕਾਤਲਾਂ ਦੇ ਸਾਥੀ ਹੋਣ ਔਰ ਉਸ ਚੋਂ ਬਚ ਨਿਕਲਣ, ਤੇ ਉਹ ਫਿਰ ਥਾਂ ਉਹ ਸਟੇਟ ਰਹਿਣ ਦੇ ਕਾਬਲ ਨਹੀਂ ਹੁੰਦੀ। ਉਸ ਦਾ ਫਿਰ ਜਿਹੜਾ ਉਹ ਭੋਗ ਪਾਇਆ ਜਾਂਦਾ, ਉਹਨੂੰ ਡਿਸਟਰੋਏ ਕੀਤਾ ਜਾਂਦਾ। ਔਰ ਇਹੀ ਜਿੱਥੇ ਨਿਆਂ ਹੀ ਨਹੀਂ ਹੈ, ਔਰ ਇਹ ਹੁਣ ਬੱਚੀ ਜਿਹੜੀ ਹੈ 13-14 ਸਾਲ ਦੀ, ਇੱਕ ਗਰੀਬ ਦਲਿਤ ਪਰਿਵਾਰ ਦੀ, ਔਰ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖਾਂ ਨਾਲ ਕੀ ਹੋ ਰਿਹਾ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਦਲਿਤਾਂ ਦੇ ਖਿਲਾਫ ਜਦੋਂ ਦਾ ਖਾਸ ਤੌਰ ਤੇ 2014 ਤੋਂ ਮੋਦੀ ਦੀ ਹਕੂਮਤ ਆਈ ਹੈ, ਯੂਪੀ ਦੇ ਵਿੱਚ ਉਹੀ ਗੁੰਡਾ ਆਦਿੱਤਿਆਨਾਥ ਯੋਗੀ ਬੁਲਡੋਜ਼ਰ ਚਲਾ ਕੇ ਮੁਸਲਮਾਨਾਂ ਦੇ ਘਰਾਂ ਦੇ ਘਰ, ਉਹਨਾਂ ਦੀਆਂ ਪ੍ਰਾਪਰਟੀਜ਼, ਉਹਨਾਂ ਦੀਆਂ ਬਿਜ਼ਨੈਸਿਸ, ਉਹਨਾਂ ਨੂੰ ਡਿਸਟਰੋਏ ਕੀਤਾ ਜਾ ਰਿਹਾ, ਔਰ ਕਿਸੇ ਦੀ ਆਵਾਜ਼ ਨਹੀਂ ਹੈ। ਔਰ ਚਾਰ ਚਫੇਰੇ ਜਿਹੜਾ ਰੌਲਾ ਹੈ ਹਿੰਦੂ ਰਾਸ਼ਟਰ ਔਰ ਝੂਠ। G20 ਦੀ ਮੀਟਿੰਗ ਚੱਲ ਰਹੀ, ਬੜੇ ਵੱਡੇ ਇਸ਼ਤਿਹਾਰ ਕਿ ਜੀ ਵਰਲਡ ਗੁਰੂ ਬਣ ਗਿਆ, ਵਿਸ਼ਵ ਗੁਰੂ ਭਾਰਤ ਬਣ ਗਿਆ, ਦੇਖੋ ਮੋਦੀ ਇੰਟਰਨੈਸ਼ਨਲ ਲੀਡਰ ਬਣ ਗਿਆ। ਪਰ ਇਨ ਦਾ ਐਂਡ ਜੋ ਹਾਲਾਤ ਉੱਥੇ ਚੱਲ ਰਹੇ ਨੇ, ਔਰ ਦਲਿਤਾਂ ਦੇ ਹਵਾਲੇ ਨਾਲ ਤਾਂ ਜਦੋਂ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਲਿਖੀ ਸੀ ਬਾਂਗੇ ਦਰਾ 'ਚ, ਤਾਂ ਉਹਨਾਂ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। कि ਇਨਸਾਨੀ ਦਰਦ ਕੀ ਹੁੰਦਾ ਹੈ ਇਸ ਬਸਤੀ ਦੇ ਲੋਕਾਂ ਨੂੰ, ਕਿਉਂਕਿ ਬ੍ਰਾਹਮਣ ਜਿਹੜਾ ਸਮਾਜ ਦੇ ਉੱਤੇ ਡੰਡੇ ਤੇ ਬੈਠ ਕੇ ਕੰਟਰੋਲ ਕਰਦਾ ਚਾਰ ਵਰਨਾਂ ਦਾ, ਉਸ ਦਾ ਤਾਂ ਕਰੈਕਟਰ ਇਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਡਿਸਕ੍ਰਾਈਬ ਕੀਤਾ। ਔਰ ਸਿੱਖ ਰੋਜ਼ਾਨਾ ਆਸਾ ਦੀ ਵਾਰ 'ਚ ਪੜ੍ਹਦੇ ਨੇ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਦੇ ਮੱਥੇ ਤੇ ਟਿੱਕਾ ਹੈ, ਕਖਾਈ ਸਟਾਈਲ ਦੀ ਧੋਤੀ ਹੈ, ਇਹਦੇ ਹੱਥ 'ਚ ਛੁਰੀ ਹੈ, ਇਹ ਬੁੱਚਰ ਆਫ ਦਾ ਵਰਲਡ ਹੈ। ਹੁਣ ਜਦੋਂ ਬੁੱਚੜ ਦੇ ਆਮ ਜਦੋਂ ਹੁੰਦਾ ਸੀ ਕਹਿੰਦੇ ਸੀ ਕੀ ਹੈ ਜੀ, ਕਸਾਈਆਂ ਦੇ ਵੱਸ ਪੈ ਗਏ। ਔਰ ਇਹਨਾਂ ਤੋਂ ਵੱਡੇ ਹੋਰ ਕੌਣ ਕਸਾਈ ਨੇ? ਇਹ ਸਿੱਖ ਹੋਣ, ਮੁਸਲਮਾਨ ਹੋਣ, ਦਲਿਤ ਹੋਣ, OBC ਹੋਣ, ਟਰਾਈਬਲਸ ਹੋਣ, ਜਦੋਂ ਤੱਕ ਇਸ ਬੁੱਚੜ ਦਾ ਅੰਤ ਨਹੀਂ ਹੁੰਦਾ,
ਇਸ ਕਸਾਈ ਦਾ ਜਿਹੜਾ ਰਾਜ ਹੈ ਇਸ ਨੂੰ ਖਤਮ ਨਹੀਂ ਕੀਤਾ ਜਾਂਦਾ। ਸਾਊਥ ਏਸ਼ੀਆ ਦੇ ਵਿੱਚ ਅਮਨ, ਅਮਾਨ, ਪ੍ਰੋਸਪੈਰਿਟੀ, ਇਨਸਾਨੀ ਕਦਰਾਂ ਕੀਮਤਾਂ, ਮਨੁੱਖੀ ਹੱਕ, ਹਿਊਮਨ ਰਾਈਟਸ, ਲਫ਼ਜ਼ ਜਿਹੜੀ ਮਰਜ਼ੀ ਜ਼ਬਾਨ 'ਚ ਕਰ ਲਓ, ਇਨ ਦਾ ਐਂਡ ਜਿਹੜਾ ਹੈ ਉਹ ਹਾਸਲ ਨਹੀਂ ਹੋ ਸਕਣੇ। ਇਹੀ ਇਨ ਦਾ ਐਂਡ ਇੱਕੋ ਇੱਕ ਹੱਲ ਹੈ ਕਿ ਇਹ ਜਿਹੜਾ ਸੈਂਟਰਲਾਈਜ਼ਡ ਹੈਜੇਮੋਨਿਕ ਗਲਬੇ ਵਾਲਾ ਦਿੱਲੀ ਦਾ ਬ੍ਰਾਹਮਣਵਾਦ ਦਾ ਐਮਪਾਇਰ ਹੈ, ਇਸ ਨੂੰ ਤਾਰ ਕਰਕੇ ਉਸੇ ਹੀ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਸੁੱਟੋ ਔਰ ਉਸ ਧਰਤੀ ਦੇ ਉੱਤੇ ਇਨਸਾਫ ਦਾ ਸੂਰਜ, ਆਜ਼ਾਦੀ ਦਾ ਸੂਰਜ ਸਾਰੀਆਂ ਕੌਮਾਂ ਦੇ ਲਈ ਆਏ, ਤਾਂ ਕਿ ਸੱਚ, ਹੱਕ, ਇਨਸਾਫ ਦੇਣ ਵਾਲੇ ਰਜੀਮ ਆਪੋ ਆਪਣੇ ਢੰਗ ਨਾਲ ਕੌਮਾਂ, ਪੰਜਾਬ ਦੇ ਵਿੱਚ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਖਾਲਿਸਤਾਨ, ਕਸ਼ਮੀਰ ਦੇ ਲੋਕ ਆਪਣਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਸੇ ਤਰ੍ਹਾਂ ਜਿਹੜੀਆਂ ਬਾਕੀ ਨਾਰਥ ਈਸਟ ਦੀਆਂ ਸਟੇਟਾਂ ਨੇ, ਦਲਿਤ ਭਾਈਚਾਰਾ ਉਹ ਆਪਣੇ ਢੰਗ ਨਾਲ, ਹੁਣ ਵੈਸੇ ਵਿਦਨ ਇੰਡੀਆ ਦਲਿਤਸਤਾਨ ਦੀ ਮੰਗ ਵੀ ਹੋਣ ਲੱਗ ਗਈ ਕਿ ਭਾਈ ਜੇ ਇਹ ਹੀ ਤੁਹਾਡਾ ਹਿੰਦੂ ਰਾਸ਼ਟਰ ਆ, ਕੱਲ੍ਹ ਇੱਕ ਦਲਿਤ ਵਕੀਲ ਕਹਿ ਰਿਹਾ ਸੀ, ਫਿਰ ਦਿਓ ਮੁਸਲਮਾਨਾਂ ਨੂੰ ਵੀ ਆਜ਼ਾਦ ਕਰੋ, 220 ਕਰੋੜ ਉੱਥੇ ਬੈਠੇ ਹੋਏ ਨੇ, ਦਲਿਤਸਤਾਨ ਵੀ ਬਣਾਓ। ਇਨ ਦਾ ਐਂਡ ਇਹੀ ਦਾ ਹੱਲ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।